Students, welcome to the Communication Skills Classroom. I am Varinder Sekho, lecturer English, Government Senior Secondary School, Machli Kala, District Mohali. Hello, I am Anurag Sidhu and I am also a lecturer in English at Government Senior Secondary School, Ramgarh Pudda, District Mohali. बच्चों ये नेम देख के तुसी थोड़ा सरप्राइज जरूर होए होंगे कम्युनिकेशन स्किल्स क्योंकि इस तो पहला आप नाम पढ़ते रहे हैं IELTS. It is the same thing which has been the same program has been renamed as communication skills. So it comprises of the same four skills. So LSRW, listening, speaking, reading and writing. और आज दा सेशन है जेड़ा अपना वो है You all know listening. So before we begin with the session, we have an important announcement to make. And kindly teachers also listen to these carefully. From this session, listening and speaking are going to be a part of the examination. ਤੁਹਾਡੇ +2 ਦੇ ਫਾਈਨਲ ਐਗਜ਼ਾਮਸ ਦੇ ਵਿੱਚ ਲਿਸਨਿੰਗ ਅਤੇ ਸਪੀਕਿੰਗ ਦਾ ਟੈਸਟ ਵੀ ਹੋਏਗਾ ਜਿਸ ਦੇ ਬਾਰੇ ਡਿਟੇਲਸ ਅਸੀਂ ਤੁਹਾਨੂੰ ਹੁਣੇ ਥੋੜੀ ਦੇਰ ਤੱਕ ਦੱਸਣ ਜਾ ਰਹੇ ਹਾਂ. ਸੋ ਫਰਮ ਨਾਓ ਔਨ ਯੂ ਹੈਵ ਟੂ ਪ੍ਰੈਕਟਿਸ ਅਕੋਰਡਿੰਗਲੀ ਜੋ ਵੀ ਤੁਹਾਨੂੰ ਇਨਸਟਰਕਸ਼ਨਸ ਦਿੱਤੀਆਂ ਜਾਣਗੀਆਂ. These are some of the instructions. Listening test and speaking test have become a part of the examination from this session. Number 2, in listening test, you will be given a question paper. You will listen to an audio based on a chapter of your English textbook. And you have to answer the questions as you listen. बेटा as you listen ਦੇ ਉੱਪਰ ਜ਼ਰੂਰ ਫੋਕਸ ਕਰਨਾ ਹੈ. ਜਿਵੇਂ ਜਿਵੇਂ ਸੁਣੋਗੇ ਨਾਲ ਦੀ ਨਾਲ ਆਨਸਰ ਦਿਓ. The audio will be played once only in the test. But during the practice sessions with your teachers, ਉੱਥੇ ਉਹ ਆਡੀਓ ਟੀਚਰ ਜਿੱਦਾਂ ਲੋੜ ਸਮਝੇ ਉਸ ਤਰ੍ਹਾਂ ਉਹ ਉਹਨੇ ਵਾਰੀ ਉਹਨੂੰ ਪਲੇ ਕਰ ਸਕਦੇ ਆ. ਬਟ ਡਿਊਰਿੰਗ ਦ ਟੈਸਟ ਦ ਫਾਰਮਲ ਟੈਸਟ ਤਾਂ ਉਹਦੇ ਵਿੱਚ ਆਡੀਓ ਇੱਕ ਵਾਰੀ ਹੀ ਪਲੇ ਕੀਤੀ ਜਾਏਗੀ ਐਂਡ ਯੂ ਵਿਲ ਹੈਵ ਟੂ ਆਨਸਰ ਦ ਕੁਐਸਚਨਸ ਐਜ਼ ਯੂ ਲਿਸਨ. ਸੁਣਦੇ ਸੁਣਦੇ ਹੀ ਆਪਾਂ ਨੇ ਕੁਐਸਚਨ ਦਾ ਆਨਸਰ ਕਰਨਾ ਹੈ ਇਨ ਯੋਰ ਆਨਸਰ ਸ਼ੀਟਸ. ਸੋ ਤੁਹਾਡੀ ਜਿਹੜੀ ਆਡੀਓਜ਼ ਹੈ ਉਹ ਤੁਹਾਡੇ बुक ਦੇ ਉੱਪਰ ਬੇਸ ਹੋਣਗੇ ਔਰ ਇਸ ਦੀ ਪ੍ਰੈਕਟਿਸ ਹੁਣ ਤੁਹਾਨੂੰ ਇਹਦੀ ਪ੍ਰੈਕਟਿਸ ਵੀ ਕਰਨੀ ਹੋਏਗੀ. ਤਾਂ ਟੀਚਰਸ ਵੀ ਧਿਆਨ ਨਾਲ ਇਸ ਚੀਜ਼ ਨੂੰ ਨੋਟ ਕਰ ਲੈਣ ਕਿ ਪ੍ਰੈਕਟਿਸ ਸ਼ੀਟਸ ਆਰ ਬੀਇੰਗ ਸੈਂਟ ਟੂ ਆਲ ਸਟੂਡੈਂਟਸ. ਹਰ ਇੱਕ ਬੱਚੇ ਨੂੰ ਪ੍ਰੈਕਟਿਸ ਸ਼ੀਟਸ ਮਿਲਣਗੀਆਂ, ਇੰਡੀਵਿਜੂਅਲੀ ਮਿਲਣਗੀਆਂ ਔਰ ਉਹਦੇ ਨਾਲ ਰਿਲੇਟਡ ਲਿਸਨਿੰਗ ਦੀਆਂ ਆਡੀਓਜ਼ ਦੇ ਵਿਲ ਬੀ ਸੈਂਟ ਟੂ ਦ ਟੀਚਰਸ. ਤੁਹਾਡੇ ਟੀਚਰਸ ਦੇ ਕੋਲ ਸਾਰੀਆਂ ਆਡੀਓਜ਼ ਪਹੁੰਚ ਜਾਣਗੀਆਂ. ਤੁਹਾਡੇ ਕੋਲ ਕੰਟੈਂਟ ਦਾ ਮਲਟੀਮੀਡੀਆ ਅਵੇਲੇਬਲ ਹੈ. ਤੁਸੀਂ ਉਸ ਰੂਮ ਦੇ ਵਿੱਚ ਜਾ ਕੇ ਵੀ ਇਹਨੂੰ ਪਲੇ ਕਰ ਸਕਦੇ ਹੋ ਔਰ ਸਪੀਕਰਸ ਲਗਾ ਕੇ ਆਪਣੇ ਫੋਨ ਤੋਂ ਡਾਇਰੈਕਟਲੀ ਕਲਾਸਰੂਮ ਦੇ ਵਿੱਚ ਵੀ ਪਲੇ ਕਰ ਸਕਦੇ ਹੋ. ਬਹੁਤ ਹੀ ਛੋਟੀਆਂ ਆਡੀਓਜ਼ ਇਸ ਵਾਰੀ ਬਣਾਈਆਂ ਨੇ ਐਂਡ ਡਿਫਰੈਂਟ ਲੈਕਚਰਰਸ ਫਰਮ ਡਿਫਰੈਂਟ districts have worked very hard in the preparation of these sheets. ਤਕਰੀਬਨ ਸਾਰੇ ਹੀ ਡਿਸਟ੍ਰਿਕਟ ਤੋਂ ਕਿਸੇ ਨਾ ਕਿਸੇ ਲੈਕਚਰਰ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ ਹੈ. ਬਹੁਤ ਸਾਰੇ ਲੋਕਾਂ ਦਾ ਹਾਰਡ ਵਰਕ ਹੈ ਬਟ whenever we do something everyone is bound to make mistakes also. ਛੋਟੀਆਂ ਮੋਟੀਆਂ ਅਗਰ ਮਿਸਟੇਕਸ ਰਹਿ ਜਾਣਗੀਆਂ you can bring to the notice of the head office ਔਰ ਉਹਦੇ ਅਕੋਰਡਿੰਗਲੀ ਉਹਦੇ ਚ ਅਮੈਂਡਮੈਂਟਸ ਵੀ ਅਸੀਂ ਜ਼ਰੂਰ ਕਰਾਂਗੇ. ਬਹੁਤ ਜਲਦੀ ਵਰਕਸ਼ੀਟਸ ਤੁਹਾਡੇ ਕੋਲ ਪਹੁੰਚ ਰਹੀਆਂ ਨੇ along with the audios but only for the practice. ਜਿਹੜੀਆਂ ਟੈਸਟਿੰਗ ਟੂਲਸ ਹੋਣਗੇ ਜਿਵੇਂ ਮੈਮ ਨੇ ਹੁਣੇ ਦੱਸਿਆ ਹੈ ਉਹ ਜਿਸ ਦਿਨ ਤੁਹਾਡਾ ਟੈਸਟ ਹੋਇਆ ਕਰੇਗਾ ਉਸ ਦਿਨ ਉਸ ਦਾ ਕੁਐਸਚਨ ਪੇਪਰ as well as audio ਉਸੇ ਦਿਨ ਤੁਹਾਨੂੰ ਭੇਜਿਆ ਜਾਇਆ ਕਰੇਗਾ ਔਰ ਉਸ ਦੀ evaluation exams ਦੀ ਤਰ੍ਹਾਂ ਹੋਏਗੀ. ਤੁਹਾਡੇ ਟੈਸਟ ਹੋਣਗੇ ਐਂਡ ਫਾਈਨਲ ਟੈਸਟ ਵੀ based on the final testing tool which will be sent on that day. तो ਇਹ ਪ੍ਰੈਕਟਿਸ ਤੁਸੀਂ ਕਰਨੀ ਹੈ ਜਿਸ ਦਾ ਇੱਕ ਸੈਂਪਲ ਅਸੀਂ ਹੁਣੇ ਹਮੇਸ਼ਾ ਅਸੀਂ ਆਡੀਓਜ਼ ਪਲੇ ਕਰਦੇ ਹਾਂ. ਤਾਂ ਇਸ ਵਾਰੀ ਅਸੀਂ ਉਹਨਾਂ ਪ੍ਰੈਕਟਿਸ ਸ਼ੀਟਸ ਚੋਂ ਹੀ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਉਣ ਵੀ ਜਾ ਰਹੇ ਹਾਂ ਹਾਊ ਯੂ ਦ ਟੀਚਰਸ ਆਰ ਟੂ ਡੂ ਦੈਟ. ਐਂਡ ਟੈਸਟਿੰਗ ਟੂਲ ਜਿਵੇਂ ਤੁਹਾਨੂੰ ਦੱਸਿਆ ਹੈ ਯੂ ਵਿਲ ਗੈਟ ਔਨ ਦ ਡੇ ਆਫ ਦ ਐਗਜ਼ਾਮ ਔਰ ਇਹ ਸਾਰੀਆਂ ਇੰਸਟਰਕਸ਼ਨ ਇਨ ਦ ਫਾਰਮ ਆਫ ਅ ਲੈਟਰ ਵੀ ਬਹੁਤ ਜਲਦੀ ਤੁਹਾਨੂੰ ਸਕੂਲਸ ਦੇ ਵਿੱਚ ਪਹੁੰਚ ਜਾਣਗੀਆਂ. ਸੋ ਆਲ ਦ ਬੈਸਟ ਫॉर ਇਟ. ਆਈ ਹੋਪ ਸੋ ਕਿ ਇਟ ਇਜ਼ ਗੋਇੰਗ ਟੂ ਇੰਪਰੂਵ ਯੋਰ ਲਿਸਨਿੰਗ ਐਜ਼ ਵੈਲ ਐਜ਼ ਸਪੀਕਿੰਗ. ਜਿਵੇਂ ਪਹਿਲੇ ਵੀ ਗੱਲ ਕੀਤੀ ਹੈ ਲਿਸਨਿੰਗ ਇੰਪਰੂਵ ਹੋਏਗੀ ਤਾਂ ਸਪੀਕਿੰਗ ਵੀ ਜ਼ਰੂਰ ਇੰਪਰੂਵ ਹੋਏਗੀ. ਇੱਥੇ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ ਮੈਂ ਕਿ ਇਸ ਦੀ ਜਦੋਂ ਤੁਸੀਂ ਪ੍ਰੈਕਟਿਸ ਕਰਨੀ ਹੈ ਬੱਚਿਓ ਤਾਂ ਆਪਣੇ ਚੈਪਟਰਸ ਦੇ ਡਿਫਿਕਲਟ ਵਰਡਸ
ਦੀ ਜਿਹੜੀ ਵੋਕੈਬਲਰੀ ਹੈ ਉਹਨਾਂ ਦੇ ਸਪੈਲਿੰਗਸ as well as pronunciation ਦੀ practice ਕਰਨੀ ਹੈ, otherwise you will not be able to understand what the teacher is saying in that audio. ਅਗਰ ਕੋਈ word ਦਾ ਤੁਹਾਨੂੰ pronunciation ਹੀ ਨਹੀਂ ਪਤਾ, ਉਹਦੇ spellings ਨਹੀਂ ਪਤਾ, you will not be able to attempt. तो ਜਦੋਂ revision ਕਰੋਗੇ, ਆਪਣੀ regular revision ਕਰੋਗੇ, so kindly practice these words ਇਹਨਾਂ ਦੀ correct pronunciation and spellings. Now some tips for the listening test. We revise the tips. Whenever we have to appear for a test, so we have to listen for the names, places, dates, mobile numbers or other numbers, address, etc. and make notes on the question paper itself. While listening, write answers on the question paper. You have to multitask. Means listen, read and write simultaneously. ਨਾਲ ਆਪਾਂ ਨੂੰ ਲਿਖਣਾ ਪੈਣਾ ਹੈ, ਸੁਣਨਾ, ਪੜ੍ਹਨਾ question paper and answers write ਕਰਨੇ. So focused ਰਹਿਣਾ ਪਏਗਾ ਤੁਹਾਨੂੰ, ਕਿਉਂਕਿ ਆਡੀਓ ਚੱਲਦਾ ਜਾਏਗਾ ਔਰ ਇੱਕ ਵਾਰੀ ਹੀ ਆਡੀਓ ਚੱਲਣਾ ਹੈ. If you miss it, you will lose some answers. So pay attention to the instructions. Underline the keywords. Questions ਤੋਂ ਪਹਿਲੇ instructions ਜ਼ਰੂਰ ਹੁੰਦੀਆਂ, तो keywords means important words ਤੁਸੀਂ underline ਕਰ ਲੈਣੇ. For example, question ਤੋਂ ਪਹਿਲਾਂ ਲਿਖਿਆ ਹੈ no more than 3 words and or a number. That means ਤੁਹਾਡਾ answer limited ਹੋਣਾ ਚਾਹੀਦਾ ਹੈ in that word limit only. ਔਰ ਸਾਰੇ words count ਹੋਣਗੇ. ਅਗਰ ਤੁਹਾਡਾ counting ਜ਼ਿਆਦਾ ਹੋ ਜਾਂਦੀ ਹੈ, you will not get marks for that. So you have to be very attentive for the instructions. And ਦੂਸਰੀ ਤਰ੍ਹਾਂ ਦੀਆਂ instructions ਕਿਹੜੀਆਂ ਹੋਣਗੀਆਂ, ਜਿਹੜੀਆਂ audio 'ਚ ਬੋਲੀਆਂ ਜਾਂਦੀਆਂ ਨੇ, audio ਦੇ ਅੰਦਰ ਬੋਲੀਆਂ ਜਾਣਗੀਆਂ. ਤਾਂ listen, read instructions. Third point है read the instructions and number 4th point है listen to the instructions. For example, instruction आ जाता है before you listen to the audio you have some time to read the questions. तो ਅਸੀਂ notice ਕੀਤਾ ਹੈ ਜਦੋਂ ਵੀ ਇਹ ਬੋਲਿਆ ਜਾਂਦਾ ਹੈ ਤਾਂ ਇੱਕ ਛੋਟਾ ਜਿਹਾ gap ਦਿੱਤਾ ਜਾਂਦਾ ਹੈ and students ਉਸ gap ਨੂੰ question read ਕਰਨ 'ਚ use ਨਹੀਂ ਕਰਦੇ. They waste their time in talking to each other and unless and until you read the questions carefully, you will not be able to write the correct answer because listening ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ what to listen for. ਸੁਣਨਾ ਕੀ ਹੈ? ਅਗਰ question ਦੇ ਵਿੱਚ ਲਿਖਿਆ ਹੋਇਆ ਹੈ for example the name of the person was dash, ਤੁਸੀਂ ਇਹ question ਪੜ੍ਹ ਲਿਆ ਤਾਂ ਤੁਸੀਂ prepared ਹੋ ਜਾਂਦੇ ਹੋ ਕਿ ਹੁਣ audio 'ਚ ਕੋਈ ਨਾਮ ਆਉਣ ਵਾਲਾ ਹੈ ਔਰ ਤੁਸੀਂ ਉਸ ਨੂੰ ਨੋਟ ਕਰੋਗੇ ਔਰ ਲਿਖ ਲੋਗੇ. ਤਾਂ questions prepare you for the answers. Actual 'ਚ ਤਾਂ question ਹੀ ਇੱਕ ਤਰ੍ਹਾਂ ਦਾ keywords ਹੁੰਦੇ ਨੇ to the answers. तो half of the battle is won in any type of examination. सिर्फ listening ही नहीं, मैम किसी भी examination ਦੇ ਲਈ ठीक है, reading ਦਾ ਕਰਨਾ ਹੋਵੇ, ਕੁਝ ਵੀ ਹੋਵੇ, understand the question, half of the battle is won. And exam 'ਚ ਵੀ don't waste your time in talking to each other, concentrate first on the questions. तो ਹੁਣੇ ਆਪਾਂ ਇੱਕ ਟੈਸਟ ਕਰਾਂਗੇ ਵੀ, ਉਹਦੇ 'ਚ ਆਪਾਂ ਤੁਹਾਨੂੰ ਇੱਕ ਸੈਂਪਲ ਦਿਖਾਵਾਂਗੇ. Read the instructions carefully. If it is written, choose the correct letter or option A, B, C. Then you are to write the letter, not the actual word. ਇਹਦੇ 'ਚ ਮੈਮ ਬੱਚੇ ਕਾਫੀ ਗਲਤੀ ਦੇਖਿਆ ਗਿਆ ਕਰਦੇ ਨੇ. ਉਹ ਕੀ ਕਰਦੇ ਆ ਕਿ ਜੋ ਆਨਸਰ ਹੁੰਦਾ ਨਾ ਐਕਚੁਅਲ ਉਹ ਲਿਖ ਲੈਂਦੇ ਆ, ਹਾਂਜੀ, ਔਰ ਲੈਟਰ ਨਹੀਂ ਲਿਖਦੇ ਤੇ ਉਹਦੇ ਦੇ ਡੋਨਟ ਗੈਟ ਐਨੀ ਮਾਰਕਸ ਫॉर दैट. ਜਦੋਂ ਉਹਨਾਂ ਨੇ ਮੰਗਿਆ ਹੀ ਲੈਟਰ ਹੈ ਤਾਂ ਆਪਾਂ ਨੂੰ ਲੈਟਰ ਹੀ ਜਵਾਬ ਦੇਣਾ ਹੈ. ਆਪਾਂ ਨੇ ਜਵਾਬ ਸੋਚ ਲਓ ਵੀ ਕਿਹੜਾ ਹੈ, ਪਰ ਉਹ ਕਿਹੜੇ ਲੈਟਰ ਦੇ ਨਾਲ ਕੋਰਸਪੌਂਡ ਕਰਦਾ ਹੈ ਉਹ ਲੈਟਰ ਲਿਖਣਾ ਹੈ. If you miss an answer, don't lose the pace of the speaker by thinking about it, or you will miss the next answers. Come back to it later on. ਜੇ ਤੁਹਾਡਾ ਇੱਕ ਮਿਸ ਹੋ ਗਿਆ ਸੈਂਟੈਂਸ ਦੇ ਵਿੱਚੋਂ ਆਪਣਾ ਆਨਸਰ ਨਹੀਂ ਪਾਸ ਕਰ ਸਕੇ, ਉੱਥੇ ਉਸ ਨੂੰ ਰੁਕ ਨਹੀਂ ਜਾਣਾ ਜਾਂ ਪਿੱਛੇ ਨਹੀਂ ਸੋਚੀ ਜਾਣਾ. Go ahead, leave that answer for a while. ਅਗਲੇ ਆਨਸਰਸ ਵੀ ਮਿਸ ਹੋ ਜਾਣਗੇ ਨਹੀਂ ਤਾਂ. Don't leave blank spaces. ਜਦੋਂ ਆਨਸਰ ਸ਼ੀਟ ਖਾਲੀ ਨਹੀਂ ਛੱਡ ਕੇ ਜਾਣੀ, ਬਲੈਂਕ ਨਹੀਂ ਛੱਡਣੀ. Guess and write as there is no negative marking.
And ma'am, they have got an advantage also. Because it is from their lessons. It is from their syllabus. Yes. ये हो सकता है उन्होंने आंसर्स वैसे ही पता वैसे ही हो रट्टे पए होंगे हाँ जी हाँ जी so it's going to help them you're going to have an advantage over that, so don't leave any blank spaces because this is the attempt. first time and it is going to be from your lessons only. So it's very easy this time. Maybe in future the difficulty but level ਇੱਥੇ will ਉਹ increase. ਸੁਣ ਵੀ ਲੈਣਗੇ ਇੱਥੇ ਉਹ ਗੜਬੜ ਕੀ ਕਰ ਸਕਦੇ ਸਪੈਲਿੰਗ ਮਿਸਟੇਕਸ ਹੋ ਸਕਦੇ that ਨੇ is ਜਾਂ right. ਜੇ ਉਹਨਾਂ ਨੇ ABC ਮੰਗੀ ਹੈ ਤਾਂ they have to write ABC and not the answers. So we reinforce this point कि practice of all the difficult words of your chapters and their pronunciation. ਤੁਹਾਡੇ chapters ਦੇ end ਦੇ ਉੱਪਰ correct pronunciation ਬੱਚਿਓ ਦਿੱਤੀ ਹੋਈ ਹੁੰਦੀ ਹੈ. Take the help of your teachers. Learn to read the phonetic transcription ਤਾਕਿ ਤੁਸੀਂ pronunciation ਵੀ ਆਪਣੇ ਆਪ read ਕਰ ਸਕੋ. So with all these instructions, we move on to the listening test. ਆਪਾਂ ਇੱਕ ਛੋਟਾ ਜਿਹਾ ਟੈਸਟ ਕਰਾਂਗੇ. ਆਪਣੀਆਂ ਕਾਪੀਜ਼ ਦੇ ਉੱਤੇ ਨੰਬਰਿੰਗ ਕਰ ਲਓ 1 to 20. ਅਸੀਂ ਪਹਿਲਾਂ 1 to 10 ਕੁਐਸਚਨਸ ਦਾ ਆਡੀਓ ਸੁਣਾਵਾਂਗੇ ਤੁਹਾਨੂੰ. We'll check the answers. ਫਿਰ ਆਪਾਂ ਇੱਕ ਹੋਰ ਆਡੀਓ ਕਰਾਂਗੇ. Again we'll check the answers. ਔਰ 20 ਜੋ ਤੁਹਾਡੇ ਕਿੰਨੇ ਮਾਰਕਸ ਆਏ ਨੇ ਉਹ ਤੁਸੀਂ ਆਪਣੇ ਨੋਟ ਕਰਕੇ ਆਪਣੇ ਟੀਚਰਸ ਨੂੰ ਨੋਟ ਕਰ ਲਓ. ਟੀਚਰਸ ਵੀ ਮੇਕ ਅ ਨੋਟ ਆਫ ਥੀਸ ਐਂਡ ਵਿਦ ਈਚ ਪ੍ਰੈਕਟਿਸ ਟੈਸਟ ਟੀਚਰਸ ਪਲੀਜ਼ ਨੋਟ ਦਿਸ ਪੁਆਇੰਟ. ਪ੍ਰੈਕਟਿਸ ਆਲ ਦੀ ਆਡੀਓਜ਼ ਜਿਹੜੀਆਂ ਵੀ ਤੁਹਾਨੂੰ ਸੈਂਡ ਕੀਤੀਆਂ ਜਾਣਗੀਆਂ 16 ਟੋਟਲ ਆਡੀਓਜ਼ ਹੋਣਗੀਆਂ ਔਰ ਸਟੂਡੈਂਟ ਦਾ ਇੱਕ ਪ੍ਰੋਗਰੈਸ ਚਾਰਟ ਬਣਾ ਲਓ. ਵਿਦ ਈਚ ਆਡੀਓ ਨੋਟ ਕਰੋ ਕਿ ਉਹਨਾਂ ਦੀ ਕਿਸ ਤਰੀਕੇ ਦੀ ਪ੍ਰੋਗਰੈਸ ਹੋ ਰਹੀ ਹੈ ਐਂਡ ਵੇਅਰ ਯੋਰ ਸਟੂਡੈਂਟਸ ਆਰ ਲੈਕਿੰਗ. ਕਿਹੜਾ ਏਰੀਆ ਹੈ ਜਿਹਦੇ ਚੋਂ ਲੈਕ ਕਰ ਰਹੇ ਨੇ ਸੋ ਦੈਟ ਯੂ ਕੈਨ ਪ੍ਰੈਕਟਿਸ ਦੈਟ ਐਂਡ ਐਨੀ ਕਾਈਂਡ ਆਫ ਕੁਐਰੀਜ਼ ਇਫ ਯੂ ਹੈਵ ਯੂ ਕੈਨ ਕੰਟੈਕਟ ਦ ਹੈਡ ਆਫਿਸ ਰਿਗਾਰਡਿੰਗ ਦੈਟ. ਸੋ ਲੈਟਸ ਆਲ gear up for this different kind of test which is going to change the future of our students. And speaking their instructions in the next session related to speaking, it will be given. And this is going to be for class 9 to 12. It is going to be there. So over to the listening test now. An audio will be played. Here we are going to read the concerned paragraph. You will have to answer the questions while listening to the audio. So choose the correct option, letter A, B or C. Before you listen to the conversation, let's read the questions first. So I am going to read the questions with you. First question is, Bijay Chand calls out the name of Lord. Which Lord? Chandu comes with a kedi option theek hai de chon. Chandu's shoes were. Chandu addresses Bijay Chand as. According to Bijay Chand, Chandu was wearing clothes of. What can purify the house? Had Chandu come in his clothes, Bijay Chand would have allowed him to. Chandu was wearing clothes of a. The boys have been spoiled by the dash which they have got. Chandu could not wear such clothes because he had no dash to do so. So now you have to listen. Excuse me, students. There is one small error here. Choose the correct option, letter A, B, C or D. So you have a D here. So it has to be either A, B or C or D. So listen to a conversation between the two characters Bijay Chand and Chandu from the lesson Barber's Trade Union. Ram, 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 Ram. Get out. You are bringing a leather bag into our house? Those evil black Angrezi shoes? Get out, you son of a devil. But I am wearing the clothes of a doctor, Jagirdar Sahib. Go away and wear clothes of your low status. But Raj Bijay Chand Sahib. Get away, you useless one. Don't come any nearer, or we will have to treat the whole house with sacred cow dung to purify it. Please calm down, Sahib.
I am wearing nothing unclean. Go and come back in your own clothes. Then I shall let you cut my hair. But these are the clothes of a doctor. You boys have been spoiled by the school education which you have got. But Sahib, it has nothing to do with my school. You have no right to wear such clothes. This is the end of the conversation. You have some time to check your answers. एक बार अपने आंसर्स चेक करो. जिਵੇਂ कि इंस्ट्रक्शंस ਦਿੱਤੀਆਂ ਗਈਆਂ ਨੇ, कोई भी आंसर छोड़ना नहीं, अटेम्प्ट करो, गैस करो. ਤੁਹਾਡੀ ਕਾਪੀ 'ਚ 10 ਦੇ 10 ਆਨਸਰਸ ਲਿਖੇ ਹੋਣੇ ਚਾਹੀਦੇ. Could we move the questions once again? Yeah, we can move the questions once again. फिर दोबारा कह रहे हैं, सिर्फ ABCD ही लिखना है, आंसर नहीं लिखना. डोंट लीव एनी आंसर. So, ready to check the answers? Okay, let's move on. The first answer is A, second D, third A, fourth C, fifth C, sixth C, 7 A, 8th D, 9th A, 10th C. So I repeat the last ones because numbering the confusion hogi si. 6th C, 7th A, 8th D, 9th A, 10th C. So give yourself 1 mark for each correct answers. Now let's move on to the second If you part. want us to discuss what the answer was, but numbering ਆਪਾਂ ਆਨਸਰ ਨੰਬਰ ਦੀ ਹੀ ਦੇਣੀ ਹੈ. ਚਾਹੇ ਉਹਦੇ ਆਨਸਰਸ ਜਿਹੜੇ ਹੈ they were number 1 was Ram, Ram. 2 was leather bag, 3 was अंग्रेजी शूज ਸੀਗੇ. 4th was Jagirdar, 5th high status, 6th was cow dung, 7th cut his hair, 8th was doctor, 9th school education, 10th right, RIGHT. ਇਹ ਸਿਰਫ ਡਿਸਕਸ ਕਰਨ ਵਾਸਤੇ ਸੀ, ਬਟ ਆਨਸਰਸ ਤੁਸੀਂ ABCD ਅਗਰ ਮੰਗਿਆ ਉਹਨਾਂ ਨੇ ABCD ਤਾਂ ਅਸੀਂ ABCD ਹੀ ਆਨਸਰ ਲਿਖਣਾ ਹੈ, ਉਹਨਾਂ ਵਿੱਚੋਂ ਹੀ ਜਿਹੜਾ ਸੂਟ ਕਰਦਾ ਹੈ. So let's move on. Section 2. From the story of my life, questions 11 to 20. Read the instructions. Complete the sentences below. So there will be fill in the blanks. And the instruction is write not more than 1 word for each answer. So बच्चों हर blank ਦੇ ਵਿੱਚ ਇੱਕ ਹੀ word ਆਏਗਾ. You'll have to be very attentive and listen carefully and write them. So let's begin. Please listen to an audio based on the story of my life. I left the well house eager to learn. Everything had a name, and each name gave birth to a new thought. As we returned to the house, every object which I touched seemed to quiver with life. That is because I saw everything with the strange new sight that had come to me. On entering the door, I
I remembered the doll I had broken. I felt my way to the hearth and picked up the pieces. I tried vainly to put them together. Then my eyes filled with tears, for I realized what I had done, and for the first time I felt repentance and sorrow. I learned a great many new words that day. I do not remember what they all were, but I do know that mother, father, sister, teacher were among them. Words that were to make the world blossom for me, like Aaron's rod with flowers. It would have been difficult to find a happier child than I was as I lay in my crib at the close of the eventful day and lived over the joys it had brought me, and for the first time longed for a new day to come. This is the end of the audio. Now please check your answers. You don't have the question paper in hand, so we will again show it to you. Should I read, ma'am? Should I read for them? Okay. I left the dash eager to learn. Everything had again 12, number 12, and each name gave birth to a new thought. As we returned to the house, every object which I touched seemed to, there's a dash here, with life. That was because I saw everything with the strange new sight that had come to me. On entering the door, I remembered the doll I had broken. I felt my way to the dash and picked up the pieces. I tried vainly to put them together. Then my eyes filled with tears, for I realized what I had done, and for the first time I felt dash and sorrow. I learned a great many new words that day. I do not remember what they all were, but I do know that mother, father, sister, dash were among them. Words that were to make the world dash for me, like Aaron's rod with flowers. It would have been difficult to find a dash child than I was, as I lay in my crib at the close of that dash day and lived over the joys it had brought me, and for the first time longed for a dash day to come. So if you read the question paper again, you will be able to guess some words. Now if we discuss, should we discuss the answers now, ma'am? Yes. Let's read the answer. 11th is well house. 12th is name. And ma'am, let me say the 11th number answer is well house. It has a dash in between. It is a compound word. So these are not two words, because the question said write no more than one word for an answer. You have not to be confused here, because this is a one word. One compound word. And 12th is name. 13 is quiver. Like if you hadn't heard this word before, अगर ਤੁਹਾਨੂੰ quiver ਦੇ spelling या pronunciation नहीं आंदी ਤਾਂ ਤੁਸੀਂ ਉਸ word ਨੂੰ catch ਨਹੀਂ ਕਰ ਪਾਓਗੇ. That's why I said कि अपने chapters ਦੇ ਸਾਰੇ difficult words ਦੀ spellings and pronunciation ਨੂੰ ਜ਼ਰੂਰ practice ਕਰਨੀ ਹੈ. Like the next one is heart. Just a moment, ma'am. 13 वाला word है जेड़ा quiver. I just recall this thing that Q is followed by U. Always you will find Q always
is followed by you. So ਤੁਹਾਡੇ spelling ਠੀਕ ਹੋਣ ਵਾਸਤੇ ਜਦੋਂ ਤੁਸੀਂ Q ਲਿਖੋਗੇ ਤਾਂ U automatically ਉਹਦੇ ਨਾਲ ਆ ਜਾਂਦਾ ਹੈ most of the words. So next one is हाथ. ਇਹਨੂੰ ਕਈ ਬੱਚੇ ਹੱਥ ਪੜ੍ਹਦੇ ਹੈ ਔਰ ਆਡੀਓ ਦੇ ਵਿੱਚ ਜਦੋਂ ਹੱਥ ਆਏਗਾ ਤਾਂ you will not be able to catch the word if you don't know the proper pronunciation. So to score good in listening test, you must practice your vocabulary or the pronunciation as well as the spelling, because wrong spellings are penalized. ਤੁਹਾਨੂੰ ਗਲਤ spelling ਦੇ marks ਨਹੀਂ ਮਿਲਣਗੇ. Please make note of this point. The next one is repentance. 16th is teacher. 17th blossom. 18th happier. 19th eventful. 20 new. So calculate your marks. Out of 20 ਤੁਸੀਂ ਕਿੰਨੇ marks ਲੈਣੇ, and teachers kindly note down ਕਿ ਅੱਜ ਬੱਚਿਆਂ ਦੇ ਟੈਸਟ ਦੇ ਵਿੱਚੋਂ ਕਿੰਨੇ ਮਾਰਕਸ ਆਏ ਹੈ. ਇਹ ਫਰਸਟ ਪ੍ਰੈਕਟਿਸ ਸ਼ੀਟਸ ਤੇ ਤੁਹਾਨੂੰ ਟੈਸਟ ਕਰਾਇਆ ਹੈ. ਤਾਂ ਐਜ਼ ਯੂ ਹੈਵ ਨੋਟਿਸਡ ਕਿ ਇੱਕ ਪੀਰੀਅਡ ਦੇ ਵਿੱਚ ਆਪਾਂ 2 ਆਡੀਓਜ਼ ਨੂੰ ਆਰਾਮ ਨਾਲ ਪ੍ਰੈਕਟਿਸ ਕਰ ਸਕਦੇ ਹਾਂ, ਬਟ ਵੈਨ ਯੂਰ ਟੀਚਰਸ ਆਰ ਪ੍ਰੈਕਟਿਸਿੰਗ ਤਾਂ ਦੇ ਕੈਨ ਡੂ 1 ਆਡੀਓ ਇਨ 1 ਪੀਰੀਅਡ. ਆਰਾਮ ਨਾਲ ਕਰਾਓ. ਅਸੀਂ ਲਿਖਿਆ ਹੈ ਕਿ ਆਡੀਓ ਵਿਲ ਬੀ ਪਲੇਡ ਵਨਸ ਓਨਲੀ, ਬਟ ਵੈਨ ਯੂ ਆਰ ਪ੍ਰੈਕਟਿਸਿੰਗ ਵਿਦ ਦ ਸਟੂਡੈਂਟਸ ਤੁਸੀਂ ਉਸਨੂੰ ਕਰ ਸਕਦੇ ਹੋ, ਰਿਪੀਟ ਕਰ ਸਕਦੇ ਹੋ ਐਜ਼ you consider well. You are the better judge of your class. ਤੁਹਾਡੇ students ਦੀਆਂ need ਦੇ accordingly you can change and you can make for practice you can make your own audios also. ਤੁਸੀਂ ਆਪਣਾ ਕੋਈ ਵੀ paragraph select ਕਰੋ, make some questions ਔਰ ਬੱਚਿਆਂ ਦੀ practice ਕਰਵਾ ਸਕਦੇ ਹੋ. The final test will be from the book but not the same as in the practice sheet. So kindly note this point. ਬੱਚੋ ਇਹ ਨਾ ਸੋਚੋ ਕਿ ਆਪਾਂ learn ਕਰ ਲਾਂਗੇ ਤਾਂ ਇਹ same audios ਨਹੀਂ ਹੋਣਗੀਆਂ. They will be from the chapters but based on different paragraphs. So this is just a sample. So how to improve your listening? Again ਅਸੀਂ ਹਰ ਵਾਰੀ ਇਹ ਜ਼ਰੂਰ ਡਿਸਕਸ ਕਰਦੇ ਹਾਂ, but we will reinforce this point. Believe in yourself. Believe in I can. Train your ears by listening to news in English. Listening to audios. ਆਰਾਮ ਨਾਲ ਕੰਮ ਕਰਨਾ ਹੈ ਬੱਚਿਓ. ਤੁਸੀਂ ਬਿਲਕੁਲ ਹੀ ਆਪਣਾ ਟੈਨਸ਼ਨ ਨਹੀਂ ਲੈਣੀ ਇਸ ਦੀ. The point is you have to listen to English news and you have to listen to what your teacher reads in classroom. Teacher ਦੀ pronunciation ਸਮਝ ਆਏਗੀ because ਨਾਲ ਤੁਸੀਂ ਆਪਣਾ book ਦੇ ਵਿੱਚ ਵੀ ਦੇਖ ਰਹੇ ਹੋਗੇ ਤਾਂ ਸਪੈਲਿੰਗਸ ਵੀ ਪਤਾ ਲੱਗੇਗਾ, ਉਹਦੀ ਪ੍ਰੋਨੰਸੀਏਸ਼ਨ ਵੀ ਸਮਝ ਆਏਗੀ. ਤਾਂ ਹੀ ਤੁਸੀਂ ਜਿਹੜੀ ਹੈਗੀ ਹੈ ਜਿਹੜੇ ਐਕਸਟਰਨਲ ਟੀਚਰਸ ਦੀਆਂ ਜਿਹੜੀਆਂ ਵੌਇਸ ਜਾਂ ਆਡੀਓਜ਼ ਆਣਗੀਆਂ ਉਹਨਾਂ ਨੂੰ ਸਮਝ ਪਾਓਗੇ. ਬਿਲਕੁਲ ਧਿਆਨ ਦੇ ਨਾਲ ਸੁਣਨੀਆਂ ਹੈਗੀਆਂ ਸਾਰੀਆਂ ਆਡੀਓਜ਼. ਯੂ ਕੈਨ ਆਲਸੋ ਟੇਕ ਥੀਸ ਆਡੀਓਜ਼ ਫਰਮ ਯੋਰ ਟੀਚਰਸ ਵਨਸ ਦੇ ਆਰ ਵਿਦ them and you can listen to those, keep on listening to those audios. Teachers can send them on the WhatsApp. Hanji, we already have groups. Those which are for the practice and not the final one which will be for your test. Not those Yes. one. The practice audios can be sent on the WhatsApp. They are very small. Or on WhatsApp they send koi difficulty. Not more than 2.5 minutes or so. Because they are just samples. Teachers can make their own audios for the practice. The main thing is that the student should be accustomed to this kind of test because this is the first time they are going to have this test. So practice will make them perfect for the test. And last one, be attentive and focused. ये सब तो ज़्यादा ज़रूरी है. Those students who are peeping into others' copies and who are talking with each other will not be able to attempt. ज़्यादातर बच्चे इस तरह करते हैं. You have to concentrate on listening, not looking at other people's copies. So listening is very important. So for those who joined late in the class, I repeat the announcement that we made in the beginning of this class that from today onwards, this session is renamed as communication skills. तो यही नेम तुसी हुनो आने वाले अपने प्रोग्राम दे विच देखोगे. This is and for the listening test this year it is a part of the examination session. 12th ਦੇ board exam ਦੇ ਵਿੱਚ, 10th ਦੇ board exam ਵਿੱਚ, 8th ਦੇ board exam ਦੇ ਵਿੱਚ external examination ਹੋਏਗਾ.
based on listening as well as speaking the instructions, speaking the session ਦੇ ਵਿੱਚ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। question paper practice ਦੇ ਲਈ ਤੁਹਾਨੂੰ ਦਿੱਤੇ ਜਾਣਗੇ and you will be listening to an audio and answer as you listen. In the test, audio will be played once only, but when you are practicing in the classroom, teacher can play the audios. And also listening is so important कि even if they know the correct pronunciation, they will be able to use these words while speaking. Yes, listening leads to speaking, ma'am. हाँ जी. If you improve your listening, your speaking is definitely going to improve. This we promise you. So the LSRW is in this pattern only because you receive and then you produce. One is the input skill and the second is the output. Without input, output होना मुश्किल है. So that is why we reinforce listening from this session. कि listening improve होएगी तो definitely speaking is also going to improve. And testing tool will be sent on the day of the exam, and all these instructions will be sent to you in the form of a letter. So in case you have any kind of queries, you can contact the head office, you can send your feedback, you can call on these numbers and mail us on this address. These are the phone numbers. You can note down, you can send your queries. For listening, we have to be very careful that there is no noise outside, and even there is nothing at the back of your head while you're listening. You have to concentrate on what is being said in the audio. And as we said ki now you have got e-content rooms in your schools. क्योंकि e-content ਦੇ ਉੱਪਰ ਸਾਰੇ ਸਕੂਲ ਦੇ ਵਿੱਚ ਵਰਕ ਹੋ ਰਿਹਾ ਹੈ ਔਰ ਮੇਕਰ most of the schools they have got good speakers, they have separate rooms for that. ਤੇ ਇਹ ਪ੍ਰੋਬਲਮ ਆਪਣੀ ਸੋਲਵ ਹੋ ਚੁੱਕੀ ਹੈ। ਤੁਸੀਂ ਆਪਣੇ ਪੈਨ ਡਰਾਈਵ ਦੇ ਵਿੱਚ ਆਪਣੇ ਫੋਨ ਨੂੰ ਡਾਇਰੈਕਟਲੀ ਕਨੈਕਟ ਕਰਕੇ ਆਪਣੇ e-content ਦੇ ਰੂਮ ਦੇ ਵਿੱਚ ਐਟਲੀਸਟ once a week ਤਾਂ ਜ਼ਰੂਰ ਬੱਚਿਆਂ ਨੂੰ ਲੈ ਕੇ ਜਾਓ, ਉਹਨਾਂ ਨੂੰ ਇੱਕ ਪ੍ਰੈਕਟਿਸ ਕਰਾਓ, ਇੱਕ ਸੈਸ਼ਨ ਦੇ ਵਿੱਚ ਇੱਕ ਆਡੀਓ ਦੀ ਪ੍ਰੈਕਟਿਸ ਕਰਾਓ. play it again and again in the beginning, but later on as you move on till 10th to they all have the e-content period, but 11th 12th you can use that period for listening audios or other things. Just a suggestion, not compulsory कि तुसी content room ची करना है. Like what I do is I have small speakers, तो I take them when I practice listening in my classroom, तो मैं अपनी classroom ਦੇ ਵਿੱਚ ਹੀ ਇਹਨਾਂ ਨੂੰ ਲਗਾ ਕੇ practice ਕਰਵਾ ਸਕਦੇ ਹਾਂ ਆਪਾਂ. So these are all suggestions. ਬਾਕੀ ਤੁਸੀਂ ਆਪਣੇ inputs ਦਿਓ how we can go about it, and as I suggested beginning ਦੇ ਵਿੱਚ dear teachers, you can replay the audios but not always, otherwise ਉਹਨਾਂ ਨੂੰ final test ਦੀ practice ਨਹੀਂ ਹੋਏਗੀ. And ma'am, this is also going to help them in preparing for the exams finally. Definitely. जो same MCQs are like that only. हाँ जी. ਜਿਹੜੇ ਤੁਸੀਂ ਇਹ question MCQs means multiple choice questions ਕਰ ਰਹੇ ਹੋ, they will be a part of your examination also. ਬਹੁਤ ਸਾਰੇ questions ਇਹਦੇ ਚੋਂ many questions ma'am, ਜਿਹੜਾ ਕੁਝ ਹੈ ਹੁਣ ਕਰਨਗੇ ਇੱਥੇ it is going to be a kind of revision for them. Don't think ਕਿ ਕੋਈ examination days ਵੀ ਤੁਹਾਡੇ ਤੇ ਕੋਈ extra burden ਆ ਗਿਆ. It's not an extra burden, rather it's going to lessen the burden. Interesting way ਨਾਲ, interactive way ਦੇ ਨਾਲ ਤੁਸੀਂ ਇਹਨਾਂ ਨੂੰ practice ਕਰੋਗੇ, ਔਰ ਜਦੋਂ ਮੈਮ ਆਪਾਂ interactive way ਨਾਲ ਕੋਈ ਚੀਜ਼ ਕਰਦੇ ਆ ਨਾ, ਉਹ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ. ਜੋ listening questions ਕਰੋਗੇ ਨਾ ਤਾਂ ਉਹ ਤੁਹਾਨੂੰ I promise you definitely ਤੁਹਾਨੂੰ ਯਾਦ ਰਹਿਣਗੇ, ਔਰ ਤੁਸੀਂ ਐਗਜ਼ਾਮੀਨੇਸ਼ਨ ਦੇ ਵਿੱਚ ਅੱਛੇ ਸਕੋਰ ਕਰਨ ਲਈ ਆਬਜੈਕਟਿਵ ਟਾਈਪ ਕੁਐਸਚਨ ਦਾ ਬਹੁਤ ਇੰਪੋਰਟੈਂਸ ਹੁੰਦੀ ਹੈ. ਫॉर ਵੀਕਰ ਸਟੂਡੈਂਟਸ ਉਹਨਾਂ ਨੂੰ ਪਾਸ ਹੋਣ 'ਚ ਹੈਲਪ ਮਿਲਦੀ ਹੈ, ਔਰ ਫॉर ਇੰਟੈਲੀਜੈਂਟ ਸਟੂਡੈਂਟਸ ਉਹਨਾਂ ਨੂੰ ਸਕੋਰ ਇੰਪਰੂਵ ਕਰਨ 'ਚ ਹੈਲਪ ਮਿਲਦੀ ਹੈ. ਸੋ ਹੋਪਿੰਗ ਫॉर ਅ ਬੈਟਰ ਫਿਊਚਰ ਫॉर all our students and hoping to get very good marks in this session from the head office. We best of luck. Both of us wish you all the luck. For any kind of queries, you can call us anytime, and please send your feedback at the given address. Thank you. Take care of yourself. Keep smiling, keep growing, keep learning. Thank you.